ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਬਚਨ ਹੈ। ਪਾਤਸ਼ਾਹ ਕਹਿੰਦੇ, ਮੇਰੇ ਪ੍ਰਭ ਸਾਚੈ ਇੱਕ ਖੇਲ ਰਚਾਇਆ, ਕੋਈ ਨਾ ਕਿਸਹੀ ਜਿਹਾ ਉਪਾਇਆ। ਮਨੁੱਖ ਦੀ ਇੱਕ ਬਹੁਤ ਵੱਡੀ ਦਿੱਕਤ ਹੈ, ਜਾਂ ਆਪਾਂ ਇਹ ਕਹਿ ਲਈਏ ਕਿ ਸਾਡੀ ਇੱਕ ਬਹੁਤ ਵੱਡੀ ਪਰੇਸ਼ਾਨੀ ਹੈ ਕਿ ਅਸੀਂ ਆਪਣੇ ਆਪ ਨੂੰ ਕਬੂਲ ਨਹੀਂ ਕਰ ਪਾ ਰਹੇ। ਜੈਸੇ ਅਸੀਂ ਹਾਂ ਵੈਸੇ ਅਸੀਂ ਆਪਣੇ ਆਪ ਨੂੰ ਪ੍ਰਵਾਨ ਨਹੀਂ ਕਰ ਰਹੇ। ਸਾਡੀ ਕੋਸ਼ਿਸ਼ ਹੈ, ਸਾਡਾ ਯਤਨ ਹੈ ਕਿ ਅਸੀਂ ਵੈਸੇ ਬਣ ਜਾਈਏ ਜੈਸੇ ਅਸੀਂ ਹੈ ਹੀ ਨਹੀਂ ਹਾਂ। ਔਰ ਅਸੀਂ ਲੱਖ ਯਤਨ ਕਰ ਲਈਏ, ਅਸੀਂ ਵੈਸੇ ਨਹੀਂ ਬਣ ਸਕਦੇ ਜੈਸੇ ਅਸੀਂ ਹੈ ਨਹੀਂ ਹਾਂ। ਅਸੀਂ ਵੈਸੇ ਬਣ ਸਕਦੇ ਹਾਂ ਜੈਸੇ ਅਸੀਂ ਹਾਂ। ਜੈਸੇ ਕੋਈ ਗੁਲਾਬ ਦਾ ਫੁੱਲ ਕਮਲ ਦਾ ਫੁੱਲ ਨਹੀਂ ਬਣ ਸਕਦਾ, ਚਾਹੇ ਜਿੰਨਾ ਮਰਜ਼ੀ ਯਤਨ ਕਰ ਲੈ। ਕਦੀ ਵਕਤ ਸੀ, ਕਦੀ ਸਮਾਂ ਸੀ ਜਦੋਂ ਅਸੀਂ ਆਪਣੇ ਚਿਹਰੇ ਨੂੰ ਸੋਹਣਾ ਤੇ ਸੁੰਦਰ ਬਣਾਉਣ ਦੇ ਲਈ ਪੂਰੇ ਦੇ ਪੂਰੇ ਮੇਕਅਪ ਤੇ ਡਿਪੈਂਡ ਸੀ। ਪਰ ਅੱਜ ਇੰਸਟਾਗ੍ਰਾਮ, ਸਨੈਪਚੈਟ, ਫੇਸਬੁੱਕ ਆਦਿਕ ਜਿੰਨਾ ਵੀ ਸੋਸ਼ਲ ਮੀਡੀਆ ਹੈ, ਅਸੀਂ ਇਹਨਾਂ ਤੇ ਆਪਣੀਆਂ ਫੋਟੋਆਂ ਪੋਸਟ ਕਰਦੇ ਹਾਂ। ਤੇ ਸਾਡੇ ਕੋਲ ਅੱਜ ਆਪਣੇ ਮੋਬਾਈਲ ਫੋਨ ਦੇ ਅੰਦਰ ਬਹੁਤ ਤਰ੍ਹਾਂ ਦੀਆਂ ਐਪਲੀਕੇਸ਼ਨ ਨੇ, ਐਪਸ ਨੇ, ਜਿਨ੍ਹਾਂ ਦੇ ਅੰਦਰ ਅਸੀਂ ਆਪਣੇ ਚਿਹਰੇ ਨੂੰ ਕੁਝ ਹੀ ਸੈਕਿੰਡਾਂ ਦੇ ਅੰਦਰ ਪਿੰਨ ਫਿਲਟਰ ਲਗਾ ਕੇ ਚੰਦ ਵਰਗਾ ਸੋਹਣਾ ਬਣਾ ਲੈਂਦੇ ਹਾਂ। ਹੁਣ ਦੇਖੋ, ਸੋਹਣਾ ਦਿਸਣ 'ਚ, ਸੋਹਣਾ ਲੱਗਣ 'ਚ ਕੋਈ ਹਰਜ ਨਹੀਂ ਹੈ, ਕੋਈ ਗਲਤ ਗੱਲ ਨਹੀਂ ਹੈ। ਪਰ ਦਿੱਕਤ ਇੱਥੇ ਇਹ ਹੈ ਕਿ ਅੱਜ ਸਾਡੀ ਜ਼ਿੰਦਗੀ ਦਿਖਾਵੇ ਦੀ ਜ਼ਿੰਦਗੀ ਬਣਦੀ ਜਾ ਰਹੀ ਹੈ। ਸਾਡੇ ਜੀਵਨ 'ਚ ਆਡੰਬਰ ਬਹੁਤ ਆ ਗਿਆ ਹੈ। ਸਾਡਾ ਜੀਵਨ ਹੌਲੀ ਹੌਲੀ ਆਰਟੀਫਿਸ਼ਲ ਬਣਦਾ ਜਾ ਰਿਹਾ ਹੈ। ਦੇਖੋ, ਅਸੀਂ ਸੋਹਣੇ ਹੋਵੀਏ ਜਾਂ ਨਾ ਹੋਵੀਏ, ਪਰ ਸਾਨੂੰ ਦਿਖਾਣਾ ਜ਼ਰੂਰ ਪੈਂਦਾ ਹੈ। ਅਸੀਂ ਖੁਸ਼ ਹੋਵੀਏ ਚਾਹੇ ਨਾ ਹੋਵੀਏ, ਪਰ ਸਾਨੂੰ ਜਤਾਣਾ ਜ਼ਰੂਰ ਪੈਂਦਾ ਹੈ। ਅਸੀਂ ਅਮੀਰ ਹੋਵੀਏ ਜਾਂ ਨਾ ਹੋਵੀਏ, ਪਰ ਦਰਸਾਉਣਾ ਜ਼ਰੂਰ ਪੈਂਦਾ ਹੈ। ਤੋ ਇਸ ਆਡੰਬਰ ਦੇ ਅੰਦਰ, ਇਸ ਨਾਟਕ ਦੇ ਅੰਦਰ, ਇਸ ਨਾਟਕ ਨੂੰ ਕਰਦਿਆਂ ਭੀਖ ਨੂੰ ਕਰਦਿਆਂ ਅਸੀਂ ਆਪਣੀ ਅਸਲ ਜ਼ਿੰਦਗੀ ਤੋਂ ਇਤਨੇ ਦੂਰ ਚਲੇ ਗਏ ਹਾਂ ਕਿ ਸ਼ਾਇਦ ਅਸੀਂ ਗਵਾਚ ਹੀ ਗਏ ਹਾਂ। ਔਰ ਜਿਹੜੀ ਚੀਜ਼ ਅਸੀਂ ਲੱਭ ਰਹੇ ਹਾਂ, ਜਿਹੜੀ ਚੀਜ਼ ਦੀ ਅਸੀਂ ਭਾਲ ਕਰਦੇ ਪਏ ਹਾਂ, ਸਭ ਦੇ ਅੰਦਰ ਉਹ ਬਾਹਰ ਨਹੀਂ ਹੈ। ਅਸਲ ਮਾਇਨਿਆਂ ਦੇ ਅੰਦਰ ਉਹ ਸਾਡੇ ਅੰਦਰ ਹੀ ਹੈ। ਜੈਸੇ ਸਤਿਗੁਰੂ ਜੀ ਕਹਿੰਦੇ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜੈਸੇ ਕਸਤੂਰੀ ਮਿਰਗ ਦੇ ਅੰਦਰ ਹੀ ਹੈ, ਪਰ ਉਹ ਬਾਹਰ ਭਾਲਦਾ ਫਿਰਦਾ ਹੈ। ਖਾਸ ਕਰਕੇ ਸਾਡਾ ਜਿਹੜਾ ਨੌਜਵਾਨ ਵਰਗ ਹੈ, ਉਸ ਦੇ ਅੰਦਰ ਇਹ ਦੌੜ ਹੈ। ਦੌੜ ਇਹ ਹੈ ਕਿ ਉਹ ਜੈਸੇ ਹਨ ਵੈਸੇ ਉਹ ਆਪਣੇ ਆਪ ਨੂੰ ਪ੍ਰਵਾਨ ਨਹੀਂ ਕਰ ਪਾ ਰਹੇ। ਉਹ ਵੈਸਾ ਬਣਨਾ ਚਾਹੁੰਦੇ ਨੇ ਜੈਸਾ ਉਹ ਟੀਵੀ 'ਚ ਦੇਖਦੇ ਨੇ, ਸਿਨੇਮਾ ਹਾਲ 'ਚ ਦੇਖਦੇ ਨੇ, ਜਿਨ੍ਹਾਂ ਨੂੰ ਫੇਸਬੁੱਕ 'ਤੇ ਦੇਖ ਰਹੇ ਨੇ, ਸਨੈਪਚੈਟ 'ਤੇ ਦੇਖ ਰਹੇ ਨੇ, ਇੰਸਟਾਗ੍ਰਾਮ 'ਤੇ ਦੇਖ ਰਹੇ ਨੇ, ਯੂਟਿਊਬ 'ਤੇ ਦੇਖ ਰਹੇ ਨੇ। ਉਹਨਾਂ ਦੀ ਦੌੜ ਹੈ ਕਿ ਅਸੀਂ ਵੈਸੇ ਬਣ ਜਾਈਏ। ਦੇਖੋ, ਦੋ ਤਰ੍ਹਾਂ ਦੀ ਜ਼ਿੰਦਗੀ ਹੈ, ਇੱਕ ਹੈ ਰੀਅਲ ਲਾਈਫ ਤੇ ਇੱਕ ਹੈ ਰੀਲ ਲਾਈਫ। ਜਿਹੜੀ ਰੀਲ ਲਾਈਫ ਹੈ, ਇਹ ਉਹ ਹੈ ਜਿਹੜੀ ਸਾਨੂੰ ਪਰਦੇ ਤੇ ਦਿਖਾਈ ਦਿੰਦੀ ਹੈ, ਜਿਹੜੀ ਸਾਨੂੰ ਇੰਸਟਾਗ੍ਰਾਮ ਤੇ ਦਿਖਾਈ ਦੇ ਰਹੀ ਹੈ, ਯੂਟਿਊਬ ਤੇ ਦਿਖਾਈ ਦੇ ਰਹੀ ਹੈ, ਜਿਸ ਦਾ ਸੱਚ ਜੀਵਨ ਦੇ ਨਾਲ, ਰੀਅਲ ਲਾਈਫ ਦੇ ਨਾਲ ਦੂਰ ਦੁਰਾਡਾ ਵੀ ਸੰਬੰਧ ਨਹੀਂ ਹੈ। ਕੋਸ਼ਿਸ਼ ਸਾਡੀ ਕੀ ਹੈ ਕਿ ਅਸੀਂ ਵੈਸੇ ਬਣ ਜਾਈਏ। ਦੇਖੋ, ਆਪਣੇ ਸਮੇਂ ਦਾ ਇੱਕ ਮਹਾਨ ਹਾस्य ਕਲਾਕਾਰ, ਜਿਸ ਦਾ ਨਾਮ ਸੀ ਚਾਰਲੀ ਚੈਪਲਿਨ, ਕਹਿੰਦੇ ਉਹ ਵਿਸ਼ਾਦ ਦਾ ਸ਼ਿਕਾਰ ਹੋ ਗਿਆ, ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਡਾਕਟਰ ਦੇ ਪਾਸ ਗਿਆ ਤੇ ਡਾਕਟਰ ਨੇ ਉਹਨੂੰ ਸਲਾਹ ਦਿੱਤੀ ਵੀ ਤੂੰ ਚਾਰਲੀ ਚੈਪਲਿਨ ਦੀਆਂ ਵੀਡੀਓ ਦੇਖਿਆ ਕਰ। ਦੇਖੋ, ਪਰਦੇ ਤੇ ਉਹ ਦੂਜਿਆਂ ਨੂੰ ਬਹੁਤ ਹਸਾ ਰਿਹਾ ਹੈ, ਪਰ ਪਰਦੇ ਦੇ ਪਿੱਛੇ ਉਹਦੀ ਜ਼ਿੰਦਗੀ ਕੈਸੀ ਹੈ? ਇੱਕ ਗਮਗੀਨ ਜ਼ਿੰਦਗੀ। ਜੋ ਪਰਦੇ ਤੇ ਸਾਨੂੰ ਦਿਖਾਈ ਦਿੰਦਾ, ਅਸੀਂ ਵੈਸਾ ਬਣਨਾ ਚਾਹੁੰਦੇ ਹਾਂ, ਪਰ ਅਸਲ ਮਾਇਨਿਆਂ ਦੇ ਅੰਦਰ ਪਰਦਾ ਵੈਸਾ ਹੈ ਹੀ ਨਹੀਂ ਹੈ ਜੋ ਅਸਲ ਜ਼ਿੰਦਗੀ 'ਚ ਹੁੰਦਾ ਹੈ। ਦੇਖੋ, ਕਿਸੇ ਨੂੰ ਧੋਖੇ 'ਚ ਰੱਖਣਾ ਆਸਾਨ ਹੈ,
ਪਰ ਮੈਂ ਕਹਾਂਗਾ ਕਿ ਆਪਣੇ ਆਪ ਨੂੰ ਧੋਖੇ 'ਚ ਰੱਖਣਾ ਉਸ ਤੋਂ ਵੀ ਜ਼ਿਆਦਾ ਆਸਾਨ ਹੈ। ਦੂਜੇ ਨੂੰ ਅਸੀਂ ਮੂਰਖ ਬਣਾ ਰਹੇ ਹਾਂ, ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਿਸੇ ਨੂੰ ਧੋਖੇ 'ਚ ਨਹੀਂ ਰੱਖ ਰਹੇ, ਕਿਸੇ ਨੂੰ ਮੂਰਖ ਨਹੀਂ ਬਣਾ ਰਹੇ। ਅਸੀਂ ਆਪਣੇ ਆਪ ਨੂੰ ਮੂਰਖ ਬਣਾ ਕੇ ਆਪਣੀ ਬੇਸ਼ਕੀਮਤੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਕਦੀ-ਕਦੀ ਇਸ ਰੀਅਲ ਲਾਈਫ ਚੋਂ ਬਾਹਰ ਆਓ, ਇਸ ਦਿਖਾਵੇ ਦੀ ਜ਼ਿੰਦਗੀ ਚੋਂ ਬਾਹਰ ਆਓ। ਕਦੀ-ਕਦੀ ਆਪਣੇ ਅੰਦਰ ਝਾਤੀ ਮਾਰੋ। ਜੋ ਤੁਹਾਨੂੰ ਇੰਸਟਾਗ੍ਰਾਮ ਤੇ ਦਿਖਾਈ ਦੇ ਰਿਹਾ ਨਾ, ਸਨੈਪਚੈਟ ਤੇ ਦਿਖਾਈ ਦੇ ਰਿਹਾ, ਜਾਂ ਵਟਸਐਪ ਤੇ ਦਿਖਾਈ ਦੇ ਰਿਹਾ ਹੈ, ਟਵਿੱਟਰ ਤੇ ਦਿਖਾਈ ਦੇ ਰਿਹਾ ਹੈ, ਕਦੀ ਉਹਨੂੰ ਛੱਡ ਕੇ ਆਪਣੇ ਚਿਹਰੇ ਨੂੰ ਕਦੀ ਫਿਲਟਰ ਨਾ ਕਰਕੇ ਕਦੀ-ਕਦੀ ਆਪਣੇ ਅੰਦਰ ਮਨ ਰੂਪੀ ਸ਼ੀਸ਼ੇ ਦੇ ਅੰਦਰ ਦੇਖੋ। ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ। ਜਦੋਂ ਤੁਸੀਂ ਉਸ ਸ਼ੀਸ਼ੇ ਨੂੰ ਦੇਖੋਗੇ ਤੇ ਤੁਸੀਂ ਆਪਣੇ ਆਪ ਨਾਲ ਰੂਬਰੂ ਹੋਵੋਗੇ, ਆਪਣੇ ਅਸਲੇ ਨਾਲ ਰੂਬਰੂ ਹੋਵੋਗੇ। ਥੋੜੀ ਦਿੱਕਤ ਹੈ, ਥੋੜੀ ਪਰੇਸ਼ਾਨੀ ਹੈ, ਥੋੜਾ ਜਦੋਂ ਅਸੀਂ ਆਪਣੇ ਆਪ ਨੂੰ ਦੇਖਾਂਗੇ ਥੋੜੀ ਪਰੇਸ਼ਾਨੀ ਹੋਏਗੀ, ਪਰ ਇਹ ਸੱਚ ਹੈ ਕਿ ਸਾਡੀ ਜ਼ਿੰਦਗੀ ਬਦਲ ਜਾਏਗੀ। ਪਰ ਜੇਕਰ ਆਪਾਂ ਭੇਖ ਦੇ ਅੰਦਰ ਜਿਉਂਦੇ ਰਹੇ, ਆਡੰਬਰ ਦੇ ਅੰਦਰ ਜਿਉਂਦੇ ਰਹੇ, ਤੇ ਅਸੀਂ ਆਪਣੇ ਜੀਵਨ ਨੂੰ ਆਪਣੇ ਹੱਥੀਂ ਬਰਬਾਦ ਕਰ ਰਹੇ ਹਾਂ। ਸੋ ਆਪਣੇ ਆਪ ਨੂੰ ਧੋਖੇ 'ਚ ਨਾ ਰੱਖੀਏ, ਧੋਖੇ 'ਚੋਂ ਬਾਹਰ ਆਵੀਏ, ਔਰ ਜੋ ਸੱਚ ਹੈ ਉਸ ਨੂੰ ਦੇਖਣ ਦਾ ਯਤਨ ਕਰੀਏ। ਮਹਾਤਮਾ ਬੁੱਧ ਦੇ ਪਾਸ ਇੱਕ ਵਿਅਕਤੀ ਗਿਆ ਤੇ ਮਹਾਤਮਾ ਬੁੱਧ ਨੂੰ ਕਹਿੰਦਾ, ਮਹਾਤਮਾ ਜੀ ਮੈਂ ਤੁਹਾਡੇ ਵਰਗਾ ਬਣਨਾ ਚਾਹੁੰਦਾ। ਤਾਂ ਮਹਾਤਮਾ ਕਹਿਣ ਲੱਗੇ, ਨਹੀਂ ਤੂੰ ਮੇਰੇ ਵਰਗਾ ਨਹੀਂ ਬਣ ਸਕਦਾ, ਔਰ ਜੇਕਰ ਤੂੰ ਕੁਝ ਬਣਨਾ ਹੈ ਨਾ ਤੇ ਘੱਟ ਤੋਂ ਘੱਟ ਮੇਰੇ ਜੈਸਾ ਤੇ ਨਾ ਬਣ। ਅਗਰ ਤੂੰ ਬਣਨਾ ਹੈ ਤੇ ਤੂੰ ਆਪਣੇ ਜੈਸਾ ਬਣ, ਕਿਉਂਕਿ ਤੂੰ ਮੇਰੇ ਜੈਸਾ ਨਹੀਂ ਬਣ ਸਕਦਾ। ਇਹ ਕੁਦਰਤ ਨੂੰ ਹੀ ਪ੍ਰਵਾਨ ਨਹੀਂ ਹੈ। ਤੂੰ ਆਪਣੇ ਜੈਸਾ ਬਣ ਸਕਦਾ ਹੈ, ਮੇਰੇ ਜੈਸਾ ਨਹੀਂ। ਮੈਂ ਆਪਣੇ ਜੈਸਾ ਬਣ ਸਕਦਾ, ਮੈਂ ਤੇਰੇ ਜੈਸਾ ਨਹੀਂ। ਸੋ ਜੈਸੇ ਅਸੀਂ ਹਾਂ ਚੰਗੇ ਹਾਂ, ਜੈਸਾ ਪ੍ਰਮਾਤਮਾ ਨੇ ਸਾਨੂੰ ਬਣਾਇਆ ਵਧੀਆ ਬਣਾਇਆ ਹੈ। ਆਪਣੇ ਆਪ ਨੂੰ ਪ੍ਰਵਾਨ ਕਰਨਾ ਸਿੱਖੀਏ, ਕਬੂਲ ਕਰਨਾ ਸਿੱਖੀਏ। ਦੂਜੇ ਦੇ ਪਿੱਛੇ ਨਾ ਦੌੜੀਏ, ਦੂਜੇ ਦੀ ਕਾਪੀ ਨਾ ਕਰੀਏ। ਕਈ ਵਾਰੀ ਸਾਨੂੰ ਸਾਡੇ ਸੱਜਣ ਮਿੱਤਰ, ਸਾਡੇ ਪਿਆਰੇ ਸਾਨੂੰ ਕਹਿ ਦਿੰਦੇ ਕਿ ਤੂੰ ਫਲਾਣੇ ਐਕਟਰ ਵਰਗਾ, ਫਲਾਣੇ ਹੀਰੋ ਵਰਗਾ ਲੱਗਦਾ। ਸਾਨੂੰ ਬੜਾ ਚੰਗਾ ਲੱਗਦਾ, ਪਰ ਅਸਲ ਮਾਇਨਿਆਂ ਦੇ ਅੰਦਰ ਸਾਨੂੰ ਇਸ ਗੱਲ ਦੀ ਸਮਝ ਹੀ ਨਹੀਂ ਕਿ ਉਹ ਬੰਦਾ ਸਾਡੀ ਅਸਲ ਆਇਡੈਂਟੀਟੀ, ਅਸਲ ਪਹਿਚਾਨ ਨੂੰ ਖਤਮ ਕਰਕੇ ਸਾਨੂੰ ਕਿਸੇ ਜਿਹਾ ਦੱਸ ਰਿਹਾ ਹੈ। ਅਸੀਂ ਕਿਉਂ ਕਿਸੇ ਜਿਹਾ ਬਣੀਏ? ਅਸੀਂ ਆਪਣੇ ਆਪ ਨੂੰ ਪ੍ਰਵਾਨ ਕਰੀਏ, ਕਬੂਲ ਕਰੀਏ। ਮੇਰਾ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਪਾਤਸ਼ਾਹ ਕਹਿੰਦੇ ਕੋਈ ਕਿਸੇ ਜਿਹਾ ਨਹੀਂ ਬਣ ਸਕਦਾ। ਇਹ ਅਕਾਲ ਪੁਰਖ ਦੀ ਇੱਕ ਬਹੁਤ ਹੀ ਪਿਆਰੀ ਰਚਨਾ ਹੈ। ਪ੍ਰਮਾਤਮਾ ਨੇ ਸਭ ਨੂੰ ਭਿੰਨ ਭਿੰਨ ਰੂਪ, ਭਿੰਨ ਭਿੰਨ ਰੰਗ, ਭਿੰਨ ਭਿੰਨ ਆਕਾਰ, ਭਿੰਨ ਭਿੰਨ ਵਿਚਾਰਧਾਰਾ ਦਿੱਤੀ ਹੈ।